किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਅਸੀਂ MCQ ਸੀਰੀਜ਼ 19 ਕਰ ਰਹੇ ਹਾਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਨਾਲ ਰਿਲੇਟਡ ਆ, ਜਿਹਦੇ ਵਿੱਚ ਤੁਹਾਡਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਸੁਪਰਵਾਈਜ਼ਰ ਦੇ ਲਈ ਵੀ ਤੇ ਨਾਲ ਹੀ ਐਨਟੀਟੀ ਦੇ ਲਈ ਵੀ। ਤਾਂ ਇਹ ਵੀ ਸੀਰੀਜ਼ ਤੁਹਾਡੀ ਕੰਬਾਈਨ ਹੋਣ ਵਾਲੀ ਆ ਐਨਟੀਟੀ ਤੇ ਸੁਪਰਵਾਈਜ਼ਰ ਲਈ। ਸੁਪਰਵਾਈਜ਼ਰ ਵਾਲਿਆਂ ਲਈ ਕਿਉਂਕਿ ਇੱਕ ਅਲੱਗ ਟੌਪਿਕ ਦਿੱਤਾ ਗਿਆ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ, ਪ੍ਰੀ ਸਕੂਲ ਐਜੂਕੇਸ਼ਨ ਦਾ, ਤਾਂ ਡੈਫੀਨੇਟਲੀ ਅੱਜ ਦੇ ਕੁਐਸਚਨ ਜਿਹੜੇ ਹੈਗੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਨੇ। ਬਾਕੀ ਸੀਰੀਜ਼ ਵੀ ਕਿਉਂਕਿ ਇਹਨਾਂ ਦਾ ਵੀ ਐਨਟੀਟੀ ਲਈ ਵੀ 0 ਤੋਂ 6 ਸਾਲ ਤੱਕ ਦਾ ਸਿਲੇਬਸ ਆ, ਤਾਂ ਜਿਹੜੇ ਸੁਪਰਵਾਈਜ਼ਰ ਵਾਲੇ ਨੇ ਉਹਨਾਂ ਲਈ ਵੀ 0 ਤੋਂ 6 ਸਾਲ ਦੇ ਬੱਚੇ ਤੱਕ ਦੀ ਜਿਹੜੀ ਨੌਲੇਜ ਹੋਣੀ ਜ਼ਰੂਰੀ ਆ। ਤਾਂ ਜਿੰਨਾ ਸਿਲੇਬਸ ਇਹਨਾਂ ਦਾ ਹੈ ਉਨਾ ਹੀ ਸਿਲੇਬਸ ਸੁਪਰਵਾਈਜ਼ਰ ਦੇ ਲਈ ਵੀ ਆ, ਬਟ ਉਹ ਥੋੜਾ ਸਿਲੇਬਸ ਨੂੰ ਰਾਈਟ ਕਰਨ ਦੇ ਵਿੱਚ ਥੋੜੇ ਜਿਹੜੇ ਹੈਗਾ ਉਹ ਇਸ ਤਰੀਕੇ ਨਾਲ ਲਿਖਿਆ ਗਿਆ ਕਿ ਉਹ ਟੌਪਿਕ ਅਲੱਗ ਮਹਿਸੂਸ ਹੁੰਦੇ ਆ, ਜਦੋਂ ਕਿ ਜੇ ਅਸੀਂ ਉਹਨਾਂ ਨੂੰ ਡਿਵਾਈਡ ਕਰੀਏ ਤਾਂ ਉਹ ਪੂਰੇ ਦੇ ਪੂਰੇ ਟੌਪਿਕ ਇਹੀ ਨੇ। ਠੀਕ ਹੈ ਜੀ। ਤਾਂ ਜਿਹੜੀ ਅੱਜ ਦੀ ਸੀਰੀਜ਼ ਆ ਉਹ ਅਗੇਨ ਕੰਬਾਈਨ ਸੀਰੀਜ਼ ਆ। ਜਿਹੜੇ ਬੱਚੇ ਵੀ ਕੋਰਸ ਲੈਣਾ ਚਾਹੁੰਦੇ ਨੇ ਦੋਨੋਂ ਕੋਰਸ ਅਵੇਲੇਬਲ ਨੇ ਕਿਸਾਨ ਅਕੈਡਮੀ ਦੀ ਐਪ ਦੇ ਉੱਪਰ। ਸੁਪਰਵਾਈਜ਼ਰ ਦਾ ਵੀ ਐਨਟੀਟੀ ਦਾ ਵੀ ਤੁਸੀਂ ਉਹ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ। ਤਾਂ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਸੀਰੀਜ਼। ਫਰਸਟ ਕੁਐਸਚਨ ਆਪਣੇ ਕੋਲ, what is not right about preschool education? preschool education ਦੇ ਬਾਰੇ ਕੀ ਸਹੀ ਨਹੀਂ ਆ? the first step toward academic establishment ਬਿਲਕੁਲ ਸਹੀ ਹੈ। academic establishment ਅਕਾਦਮਿਕ ਜਾਂ ਆਪਾਂ ਕਹੀ ਰਸਮੀ ਸਿੱਖਿਆ ਤੋਂ ਇਹ ਪਹਿਲਾਂ ਦਾ ਇੱਕ ਕਦਮ ਆ। in school in India preschool education starts from 2 year of age। ਇਹ ਬਿਲਕੁਲ ਗਲਤ ਆ, because ਇੰਡੀਆ ਦੇ ਵਿੱਚ ਜਿਹੜੀ ਪ੍ਰੀ ਸਕੂਲ ਐਜੂਕੇਸ਼ਨ ਹੈਗੀ ਉਹ ਕਿਹੜੀ ਏਜ ਤੋਂ ਸ਼ੁਰੂ ਹੁੰਦੀ ਆ? 3 ਇਅਰਸ ਤੋਂ, ਯਾਨੀ ਕਿ 3 ਇਅਰਸ ਤੋਂ 3 ਸਾਲ ਦੇ ਬੱਚੇ ਜਿਹੜੇ ਹੈਗੇ ਆ ਭਾਰਤ ਦੇ ਵਿੱਚ ਉਹਨਾਂ ਦੇ ਲਈ ਜਿਹੜੀ ਹੈ ਅਰਲੀ ਐਜੂਕੇਸ਼ਨ ਆ, ਜਿਹੜੀ ਉਹ ਚਾਈਲਡਹੁੱਡ ਐਜੂਕੇਸ਼ਨ ਆ ਉਹ ਸਟਾਰਟ ਹੁੰਦੀ ਆ, ਪ੍ਰੀ ਸਕੂਲ ਐਜੂਕੇਸ਼ਨ ਸਟਾਰਟ ਹੁੰਦੀ ਆ। ਠੀਕ ਹੈ ਜੀ, 3 ਸਾਲ ਤੋਂ। LKG UKG ਆਰ ਪਾਰਟ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਬਿਲਕੁਲ ਠੀਕ। ਲੋਅਰ ਕਿੰਡਰਗਾਰਟਨ ਐਂਡ ਅਪਰ ਕਿੰਡਰਗਾਰਟਨ ਜੇ ਅਸੀਂ ਫੁੱਲ ਫਾਰਮ ਦੀ ਗੱਲ ਕਰੀਏ ਇਹਦਾ ਹੀ ਹਿੱਸਾ ਨੇ। ਇਨ ਇੰਡੀਆ ਜੀਜੂਬਾਈ ਬਦੇਕਾ, ਤਾਰਾਬਾਈ ਜਿਹੜੇ ਹੈਗੇ ਨੇ ਇਹ ਦੋਨਾਂ ਨੇ ਹੀ ਐਜੂਕੇਸ਼ਨ ਨੂੰ ਖਾਸ ਕਰਕੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਇੰਡੀਆ ਦੇ ਵਿੱਚ ਪ੍ਰਮੋਟ ਕੀਤਾ। ਬਿਲਕੁਲ ਸਹੀ ਚੀਜ਼ਾਂ ਨੇ। ਤਾਂ ਸਾਡੇ ਕੋਲ ਇੱਥੇ ਰੋਂਗ ਸਟੇਟਮੈਂਟ ਪੁੱਛੀ ਗਈ ਤਾਂ ਆਪਣੇ ਕੋਲ ਹੈ ਬੀ। ਤਾਂ ਇਹਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ ਰਿਲੇਟਡ ਕਿਹੜਾ ਸਹੀ ਨਹੀਂ ਹੈਗਾ ਕਿ ਭਾਰਤ ਦੇ ਵਿੱਚ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆ ਉਹ 2 ਸਾਲ ਦੀ ਉਮਰ ਤੋਂ ਸ਼ੁਰੂ ਨਹੀਂ ਹੁੰਦੀ। ਕਿੰਨੀ ਤੋਂ ਸ਼ੁਰੂ ਹੁੰਦੀ ਆ? 3 ਸਾਲ ਦੀ ਉਮਰ ਤੋਂ। ਸੈਕਿੰਡ ਕੁਐਸਚਨ ਆਪਣੇ ਕੋਲ, which of following is not right about set up pre primary education in word? ਸੰਸਾਰ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਜੇ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਉਹਦੇ ਬਾਰੇ ਕਿਹੜੀ ਚੀਜ਼ ਸਹੀ ਨਹੀਂ ਆ? ਸਟ੍ਰੈਸਬਰਗ ਦੇ ਵਿੱਚ ਫਰੈਡਰਿਕ ਓਬਰਨ ਨੇ ਪਹਿਲਾ ਸਕੂਲ ਸੈਟਅਪ ਕੀਤਾ ਸੀਗਾ, ਇਨਫੈਂਟ ਸਕੂਲ ਜਾਂ ਪ੍ਰੀ ਸਕੂਲ, ਬਿਲਕੁਲ ਸਹੀ ਆ। ਡਿਮੋਲਡ ਦੇ ਵਿੱਚ ਪੌਲਿਨ ਜਰਲਿਪੇ ਨੇ ਵੀ ਬਿਲਕੁਲ ਸਹੀ ਆ। ਲੰਡਨ ਦੇ ਵਿੱਚ ਸੈਮੂਅਲ ਵਾਈਡਨਸਪਿਨ ਨੇ ਵੀ ਬਿਲਕੁਲ ਸਹੀ ਆ। ਬਟ ਸਕਾਟਲੈਂਡ ਦੇ ਵਿੱਚ ਜਿਹੜਾ ਸੀ ਉਹ ਕਿਨੇ? ਰੋਬਰਟ ਓਵਨ ਨੇ ਸਟਾਰਟ ਕੀਤਾ ਸੀ, ਨਾ ਕਿ ਲੂਇਸ ਸਕਲੈਪਚਰ ਨੇ। ਲੂਇਸ ਸਕਲੈਪਚਰ ਨੇ ਤੇ ਫਰੈਡਰਿਕ ਓਬਰਨ ਨੇ ਦੋਨਾਂ ਨੇ ਹੀ ਸਟ੍ਰੈਸਬਰਗ ਸਕੂਲ ਸਟਾਰਟ ਕੀਤਾ। ਇਸ ਦਾ ਸਕਾਟਲੈਂਡ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਬਿਲਕੁਲ ਗਲਤ ਇਨਫੋਰਮੇਸ਼ਨ ਆ। ਤਾਂ ਇੱਥੇ ਕਿਹਨਾਂ ਨੇ ਸਟਾਰਟ ਕੀਤਾ ਸੀ? ਰੋਬਰਟ ਓਵਨ ਨੇ। ਦੈਨ ਨੈਕਸਟ ਹੈ ਆਪਣੇ ਕੋਲ, ਚਿਲਡਰਨਸ ਗਾਰਡਨ ਇਜ਼ ਰਿਲੇਟਡ ਟੂ। ਚਿਲਡਰਨ ਗਾਰਡ ਕਿਹਨੂੰ ਆਖਿਆ ਜਾਂਦਾ ਹੈਗਾ? ਬੱਚਿਆਂ ਦਾ ਬਗੀਚਾ ਕਿਹਨੂੰ ਆਖਿਆ ਜਾਂਦਾ ਹੈਗਾ? ਕਿੰਡਰਗਾਰਟਨ ਨੂੰ। ਕਿੰਡਰਗਾਰਟਨ ਦਾ ਮਤਲਬ ਹੀ ਚਿਲਡਰਨਸ ਗਾਰਡਨ ਆ। ਤਾਂ ਇਹ ਟਰਮ ਕਿਹਦੇ ਨਾਲ ਰਿਲੇਟਡ ਹੈਗੀ ਆ? ਫਰੋਬਲ ਦੇ ਨਾਲ। ਠੀਕ ਹੈ, ਜਿਨ੍ਹਾਂ ਨੇ 1837 ਈਸਵੀ ਦੇ ਵਿੱਚ ਪਹਿਲਾ ਕਿੰਡਰਗਾਰਟਨ ਸਕੂਲ ਸੀਗਾ ਜਿਹੜਾ ਉਹ ਸੰਸਾਰ ਦੇ ਵਿੱਚ ਸੈਟਅਪ ਕੀਤਾ ਸੀਗਾ। ਜਰਮਨੀ ਦੇ ਨਾਲ ਡੀਲ ਕਰਦੇ ਨੇ ਫਰੋਬਲ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਦੈਨ ਹੈ ਆਪਣੇ ਕੋਲ ਨੈਕਸਟ ਕੁਐਸਚਨ, who recommend basic education free and compulsory? मतलब कि free and compulsory education ਸਾਰੇ ਜਿਹੜੇ ਵਰਗ ਨੇ ਸਮਾਜ ਦੇ ਉਹਨਾਂ ਨੂੰ ਪ੍ਰਦਾਨ ਕਰਨ ਦੇ ਲਈ ਬੇਸਿਕ ਐਜੂਕੇਸ਼ਨ, ਠੀਕ ਹੈ, ਜਿਹਨੂੰ ਵਾਰਦਾ ਸਕੀਮ ਵੀ ਆਖਿਆ ਜਾਂਦਾ ਹੈਗਾ, ਕਿੰਨਾ ਨੇ ਜ਼ੋਰ ਦਿੱਤਾ ਸੀ? ਕਿੰਨਾ ਨੇ ਸਿਫਾਰਿਸ਼ ਕੀਤੀ ਸੀ? ਤਾਂ ਸਿਫਾਰਿਸ਼ ਕੀਤੀ ਸੀ ਜੀ ਗਾਂਧੀ ਜੀ ਨੇ। ਗਾਂਧੀ ਜੀ ਨੇ ਵਾਰਦਾ ਸਕੀਮ ਮਤਲਬ ਕਿ ਇੱਕ ਐਜੂਕੇਸ਼ਨ ਸਕੀਮ ਸੀ ਜਿਹਨੂੰ ਬੇਸਿਕ ਐਜੂਕੇਸ਼ਨ ਸਕੀਮ ਵੀ ਆਖਿਆ ਜਾਂਦਾ, ਸ਼ੁਰੂ ਕੀਤੀ ਸੀ, ਜਿਹਦੇ ਚ ਉਹਨਾਂ ਨੇ ਸਾਰੇ ਵਰਗਾਂ ਦੇ ਲਈ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਮੁਫਤ ਹੋਣ ਦੀ, ਲਾਜ਼ਮੀ ਹੋਣ ਦੀ ਗੱਲ ਵੀ ਆਖੀ ਸੀ। ਫਿਫਥ ਕੁਐਸਚਨ ਆਪਣੇ ਕੋਲ, which of following is not related to step toward pre primary education after independence? ਦੇਖੋ ਵੈਸੇ ਸਾਰੇ ਹੀ ਸਹੀ ਨੇ, ਸਾਰੇ ਹੀ ਇੱਕ ਤਰੀਕੇ ਨਾਲ ਇਨੀਸ਼ੀਏਟਿਵ ਮੰਨੇ ਜਾਂਦੇ ਹੈਗੇ ਆ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਲਈ, ਬਟ ਆਪਣੇ ਤੋਂ ਇਹ ਪੁੱਛਿਆ ਗਿਆ ਇੱਥੇ ਕਿ ਕਿਹੜਾ ਆਜ਼ਾਦੀ ਤੋਂ ਬਾਅਦ ਜਿਹੜੇ ਸਟੈਪ ਲਏ ਗਏ ਆ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਆ। ਤਾਂ ਕਮੇਟੀ ਔਨ ਚਾਈਲਡ ਕੇਅਰ ਰਿਕਮੈਂਡ ਮਿਡ ਡੇ ਮੀਲ ਫॉर ਸਕੂਲ, ਇਹ ਬਿਲਕੁਲ ਸਹੀ ਹੈ। ਬਟ ਇਹ ਪਾਲਿਸੀ ਜਿਹੜੀ ਹੈਗੀ 1963-64 ਦੇ ਵਿੱਚ ਆਈ ਸੀਗੀ। ਇਹ ਕਮੇਟੀ 63-64 ਦੇ ਵਿੱਚ ਸੈਟਅਪ ਹੋਈ ਸੀ ਤੇ ਕਮੇਟੀ ਔਨ ਚਾਈਲਡ ਕੇਅਰ
ਡਿਵੈਲਪਮੈਂਟ ਨੇ ਰਿਕਮੈਂਡ ਕੀਤਾ ਸੀ ਕਿ ਮਿਡ ਡੇ ਮੀਲ ਪ੍ਰੋਗਰਾਮ ਆ ਜਿਹੜੇ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਲਾਂਚ ਕੀਤੇ ਜਾਣ, ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਲਾਂਚ ਕੀਤੇ ਜਾਣ। ਬਟ ਇਹ ਕੀ ਆ, ਆਜ਼ਾਦੀ ਤੋਂ ਬਾਅਦ ਦੀ ਘਟਨਾ। ਜਿਹੜੇ ਮੈਡਮ ਮੰਟੈਂਸਰੀ ਸੀਗੇ ਬੇਸਿਕਲੀ ਇਹ ਆਜ਼ਾਦੀ ਤੋਂ ਪਹਿਲਾਂ ਆਏ ਆ, 1947 ਤੋਂ ਪਹਿਲਾਂ ਭਾਰਤ ਦੇ ਵਿੱਚ ਆਏ ਆ। ਤਾਂ ਇਸ ਕਰਕੇ ਜਿਹੜਾ ਹੈ ਮੈਡਮ ਮੰਟੈਂਸਰੀ ਜੀ ਦਾ ਪੀਰੀਅਡ, ਮੈਡਮ ਮੰਟੈਂਸਰੀ ਜੀ ਨੂੰ ਜਿਹੜਾ ਹੈ ਸੀ ਪਹਿਲਾਂ ਦੇ ਕਦਮਾਂ ਦੇ ਵਿੱਚ ਸ਼ਾਮਲ ਕਰਦੇ ਆ, ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਵਾਲੇ ਮਤਲਬ ਇਨੀਸ਼ੀਏਟਿਵਸ ਹੋਏ ਆ। ਦੇਖੋ ਪਹਿਲਾਂ ਗਾਂਧੀ ਜੀ ਨੇ ਵਾਰਦਾ ਸਕੀਮ ਦਿੱਤੀ, ਠੀਕ ਹੈ ਜੀ। ਜਦੋਂ ਗਾਂਧੀ ਜੀ ਨੇ ਵਾਰਦਾ ਸਕੀਮ ਦਿੱਤੀ ਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਗਾਂਧੀ ਜੀ ਦੇ ਇਨੀਸ਼ੀਏਟਿਵ ਲੈਣ ਤੋਂ ਬਾਅਦ ਗਾਂਧੀ ਜੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਡਮ ਮੰਟੈਂਸਰੀ ਨੂੰ ਫੋਲੋ ਕਰਦੇ ਸੀਗੇ, ਠੀਕ ਹੈ ਜੀ। ਤਾਂ ਜਦੋਂ ਗਾਂਧੀ ਜੀ ਨੇ ਆਪਣੀ ਸਕੀਮ ਦਿੱਤੀ ਆ ਉਸ ਤੋਂ ਬਾਅਦ ਆ ਜਿਹੜਾ ਇੰਡੀਆ ਦੇ ਵਿੱਚ ਮੈਡਮ ਮੰਟੈਂਸਰੀ ਵੀ 1939 ਦੇ ਵਿੱਚ ਆਏ ਆ। 1937 ਈਸਵੀ ਦੇ ਵਿੱਚ ਗਾਂਧੀ ਜੀ ਨੇ ਆਪਣੀ ਵਾਰਦਾ ਸਕੀਮ ਦਿੱਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ 1939 ਈਸਵੀ ਵਿੱਚ ਮੈਡਮ ਮੰਟੈਂਸਰੀ ਹੈ ਜਿਹੜੇ ਪ੍ਰੀ ਸਕੂਲ ਸਿੱਖਿਆ ਆਪਦਾ ਮੰਟੈਂਸਰੀ ਐਜੂਕੇਸ਼ਨ ਸਿਸਟਮ ਲਾਂਚ ਕਰਨ ਦੇ ਲਈ ਆਏ ਸੀ। ਬਟ 1939 ਅਗੇਨ ਦੇ ਆਜ਼ਾਦੀ ਤੋਂ ਪਹਿਲਾਂ ਦੀ ਘਟਨਾ, ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤਾਂ ਇਸ ਕਰਕੇ ਜਿਹੜਾ ਹੈ ਅਸੀਂ ਇਹ ਪਹਿਲਾਂ ਦੀ ਘਟਨਾ ਦੇ ਵਿੱਚ ਰੱਖਦੇ ਹਾਂ, ਠੀਕ ਹੈ ਜੀ। ਦੈਨ ਹੈ ਆਪਣੇ ਕੋਲ ਨੈਸ਼ਨਲ ਪਾਲਿਸੀ ਫॉर चिल्ड्रन also define ECC मतलब ECD यानी कि ECE मतलब कि अर्ली ਚਾਈਲਡਹੁੱਡ ਐਜੂਕੇਸ਼ਨ ਨੂੰ। ਤਾਂ ਜਿਹੜੀ ਸਾਡੇ ਕੋਲ ਅਸੀਂ 1974 ਦੀ ਨੈਸ਼ਨਲ ਪਾਲਿਸੀ ਫॉर चिल्ड्रन ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਡਿਫਾਈਨ ਕੀਤਾ ਗਿਆ अर्ਲੀ ਚਾਈਲਡਹੁੱਡ ਐਜੂਕੇਸ਼ਨ ਨੂੰ। ਤੇ ਆਖਿਆ ਗਿਆ ਕਿ ਖਾਸ ਕਰਕੇ ਜਿਹੜੇ ਵਰਗ ਜਿਹੜੇ ਬੱਚੇ ਆ, ਜਿਹੜੇ ਪਰਿਵਾਰਾਂ ਦੀ ਪਹਿਲੀ ਪੀੜ੍ਹੀ ਨੇ ਸ਼ਾਮਲ ਹੋਣਾ ਹੈ ਨਾ, ਉਹਨਾਂ ਦੇ ਉੱਪਰ ਖਾਸ ਧਿਆਨ ਦਿੱਤਾ ਜਾਵੇ। ਤੇ ਗ੍ਰਾਂਟਸ ਜਿਹੜੀਆਂ ਨੇ ਉਹ ਐਜੂਕੇਸ਼ਨਲ ਜਿਹੜੇ ਇੰਸਟੀਚਿਊਟ ਨੇ ਖਾਸ ਕਰਕੇ ਜਿਹੜੇ अर्ਲੀ ਚਾਈਲਡਹੁੱਡ ਕੇਅਰ ਦੇ ਨਾਲ ਜਾਂ अर्ਲੀ ਚਾਈਲਡਹੁੱਡ ਐਜੂਕੇਸ਼ਨ ਦੇ ਨਾਲ ਡੀਲ ਕਰਦੇ ਇੰਸਟੀਚਿਊਟਸ ਨੇ ਉਹਨਾਂ ਨੂੰ ਗ੍ਰਾਂਟਸ ਦਿੱਤੀਆਂ ਜਾਣ। ਇਹ 1986 ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਆਖਿਆ ਗਿਆ ਸੀ, ਠੀਕ ਹੈ ਜੀ। ਤਾਂ ਜਿਹੜੀ ਇੱਕ ਚੀਜ਼ ਸਾਡੇ ਤੋਂ ਪਹਿਲਾਂ ਤੋਂ ਸ਼ਾਮਲ ਹੈਗੀ ਆ ਉਹ ਹੈਗੀ ਆ ਵਿਜ਼ਿਟ ਆਫ ਮੈਡਮ ਮੰਟੈਂਸਰੀ। 1939 ਦੇ ਵਿੱਚ ਇਹਨਾਂ ਨੇ ਵਿਜ਼ਿਟ ਕੀਤਾ ਸੀ। ਤਾਂ ਇਹ ਆਜ਼ਾਦੀ ਤੋਂ ਪਹਿਲਾਂ ਦਾ ਇਨੀਸ਼ੀਏਟਿਵ ਆ, ਆਜ਼ਾਦੀ ਤੋਂ ਬਾਅਦ ਦਾ ਇਨੀਸ਼ੀਏਟਿਵ ਨਹੀਂ ਆ। 6th question ਆ how much are fixed for pre-primary education in 2017। 2017 ਦੇ ਵਿੱਚ ਅਰੁਣਾ ਚੌਧਰੀ ਸਾਡੇ ਸਿੱਖਿਆ ਮੰਤਰੀ ਸੀ ਪੰਜਾਬ ਦੇ, ਤੇ ਪੰਜਾਬ ਦੇ ਵਿੱਚ 17 ਨਵੰਬਰ 2017 ਦੇ ਵਿੱਚ ਜਿਹੜਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪ੍ਰਾਇਮਰੀ ਸਕੂਲਾਂ ਦੇ ਵਿੱਚ ਮਰਜ ਕਰਨ ਦੀ ਗੱਲ ਆਖੀ ਗਈ। ਤੇ ਇੱਥੇ ਇਹ ਵੀ ਆਖਿਆ ਗਿਆ ਕਿ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆ ਪ੍ਰਾਇਮਰੀ ਸਕੂਲਾਂ ਦੇ ਵਿੱਚ 3 ਘੰਟੇ ਦੇ ਲਈ ਪ੍ਰੋਵਾਈਡ ਕੀਤੀ ਜਾਊਗੀ ਤੇ ਮੁਫਤ ਹੋਊਗੀ। 7th ਕੁਐਸਚਨ ਆਪਣੇ ਕੋਲ ਵਾਚ ਵਰਡ ਬੈਕ ਟੂ ਨੇਚਰ, ਕੁਦਰਤ ਵੱਲ ਮੁੜਨਾ ਕਿਹੜੀ ਜਿਹੜੀ ਹੈਗੀ ਆ ਐਜੂਕੇਸ਼ਨ ਦੀ ਫਿਲਾਸਫੀ ਦੇ ਨਾਲ, ਫਿਲਾਸਫੀ ਦੇ ਕਿਹੜੇ ਸਕੂਲ ਦੇ ਨਾਲ ਡੀਲ ਕਰਦੀ ਆ? ਨੈਚੁਰਲਿਜ਼ਮ, ਪ੍ਰੈਗਮੈਟਿਜ਼ਮ ਜਾਂ ਰੀਅਲਿਜ਼ਮ। ਅਸੀਂ ਇਹ ਸਾਰੀਆਂ ਚੀਜ਼ਾਂ ਕਰ ਚੁੱਕੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੁਦਰਤ ਵੱਲ ਮੁੜਨ ਦੀ ਗੱਲ ਜਿਹੜਾ ਹੈਗਾ ਉਹ ਕੌਣ ਕਰਦਾ ਹੈਗਾ? ਨੈਚੁਰਲਿਜ਼ਮ, ਠੀਕ ਹੈ। ਪ੍ਰਕਿਰਤੀਵਾਦ ਕਿ ਕੁਦਰਤ ਦੀ ਗੋਦੀ ਵਿੱਚ ਬੱਚਾ ਰਹਿ ਕੇ ਸਿੱਖੇ ਤੇ ਬੱਚਾ ਆਪਣੇ ਸੁਭਾਅ ਦੇ ਅਕੋਰਡਿੰਗ ਸਿੱਖੇ, ਦੋਨਾਂ ਚੀਜ਼ਾਂ ਦੇ ਉੱਪਰ ਕੰਸਨਟਰੇਟ ਕਰਦਾ ਹੈਗਾ ਸਾਡਾ ਨੈਚੁਰਲਿਜ਼ਮ। ਦੈਨ ਹੈਗਾ ਪ੍ਰਿੰਸੀਪਲ ਆਫ ਯੂਟਿਲਿਟੀ, ਫਲੈਕਸੀਬਿਲਿਟੀ ਐਂਡ ਇੰਟੀਗ੍ਰੇਸ਼ਨ ਰਿਲੇਟਡ ਟੂ ਦਾ ਕਰਿਕੂਲਮ ਸੁਜੈਸਟਡ ਬਾय। ਜਿਹੜੀ ਪ੍ਰਿੰਸੀਪਲ ਹੈਗਾ ਯੂਟਿਲਿਟੀ ਦਾ ਜਾਨੀ ਉਪਭੋਗਤਾ ਇਸ ਤਰੀਕੇ ਦਾ ਕਰਿਕੂਲਮ ਹੋਵੇ, ਇਹਦਾ ਮਤਲਬ ਕੀ ਹੈ ਪ੍ਰਿੰਸੀਪਲ ਆਫ ਯੂਟਿਲਿਟੀ ਦਾ ਕਿ ਇਸ ਤਰੀਕੇ ਦਾ ਪਾਠਕ੍ਰਮ ਬੱਚਿਆਂ ਨੂੰ ਕਰਵਾਓ ਜਿਹਨੂੰ ਉਹ ਵਰਤ ਸਕਣ, ਜਿਹੜਾ ਉਹਨਾਂ ਦੇ ਕੱਲ ਨੂੰ ਕੰਮ ਆ ਸਕੇ। ਫਿਰ ਫਲੈਕਸੀਬਲ ਹੋਵੇ, ਬੱਚਿਆਂ ਦੀ ਨੀਡ ਦੇ ਅਕੋਰਡਿੰਗ ਬਦਲਦਾ ਹੋਵੇ। ਇੰਟੀਗ੍ਰੇਟਡ ਹੋਵੇ, ਉਹਦੇ 'ਚ ਹਰ ਇੱਕ ਚੀਜ਼ ਨੂੰ ਸ਼ਾਮਲ ਕੀਤਾ ਗਿਆ ਹੋਵੇ, ਹੈ ਨਾ। ਤੇ ਇਸ ਚੀਜ਼ ਦੇ ਉੱਪਰ ਕੌਣ ਕੰਸਨਟਰੇਟ ਕਰਦਾ ਹੈਗਾ? ਸਾਡਾ ਪ੍ਰੈਗਮੈਟਿਜ਼ਮ ਸਕੂਲ। ਪ੍ਰੈਗਮੈਟਿਜ਼ਮ ਸਕੂਲ ਜਦੋਂ ਵੀ ਗੱਲ ਕਰਦਾ ਹੈਗਾ ਕਰਿਕੂਲਮ ਦੀ ਤਾਂ ਉਹਦੇ 'ਚ ਇਹ ਗੱਲਾਂ ਨੂੰ ਸ਼ਾਮਲ ਕਰਦਾ ਕਿ ਐਕਸਪੈਰੀਮੈਂਟ ਬੇਸਡ ਕਰਿਕੂਲਮ ਹੋਵੇ, ਇੰਟੀਗ੍ਰੇਟਡ ਕਰਿਕੂਲਮ ਹੋਵੇ, ਫਲੈਕਸੀਬਲ ਹੋਵੇ, ਠੀਕ ਹੈ ਜੀ। ਦੈਨ ਹੈ ਆਪਣੇ ਕੋਲ 9th ਕੁਐਸਚਨ ਵਿਚ ਆਫ ਫੋਲੋਇੰਗ ਨਾਟ ਰਿਲੇਟਡ ਟੂ ਰੂਸੋ। ਰੂਸੋ ਦੇ ਨਾਲ ਕਿਹੜਾ ਰਿਲੇਟਡ ਨਹੀਂ ਹੈਗਾ? ਪਹਿਲਾਂ ਤਾਂ ਰੂਸੋ ਸੀਗਾ ਜਿਹੜਾ ਨੈਚੁਰਲਿਜ਼ਮ ਦੇ ਨਾਲ ਡੀਲ ਕਰਦਾ, ਇਹਨੇ ਮਾਈਲ ਪੁਸਤਕ ਲਿਖੀ, ਇਹਨੇ ਕਨਸੈਪਟ ਆਫ ਰੈਡੀਨੈਸ ਨੂੰ ਫੋਲੋ ਕੀਤਾ, ਇਹਨੇ ਸੋਸ਼ਲ ਕੰਟਰੈਕਟ ਵੇ ਦੀ ਬੁੱਕ ਆ ਜਿਹੜੀ ਇਹਨੇ ਲਿਖੀ। ਬਟ ਇਹਨੇ ਗੁਰੂ ਨੇ ਇੰਪੋਰਟੈਂਸ ਨਹੀਂ ਦਿੱਤੀ, ਠੀਕ ਹੈ। ਗੁਰੂ ਨੂੰ ਜ਼ਿਆਦਾ ਇੰਪੋਰਟੈਂਸ ਕਿਹੜੀ ਦੇ ਵਿੱਚ ਦਿੱਤਾ ਗਿਆ? ਆਈਡਲਿਜ਼ਮ ਦੇ ਵਿੱਚ। ਰੂਸੋ ਹੈਗੇ ਆ ਨੈਚੁਰਲਿਜ਼ਮ ਦੇ ਵਿੱਚ, ਠੀਕ ਹੈ ਜੀ। ਤਾਂ ਜਿਹੜੇ ਰੂਸੋ ਨੇ ਉਹ ਆਈਡਲਿਜ਼ਮ ਨੂੰ ਮਤਲਬ ਜਿਹੜੇ ਗੁਰੂ ਦੇ ਵਿੱਚ ਬਿਲੀਵ ਨਹੀਂ ਕਰਦੇ, ਉਹ ਗੁਰੂ ਨੂੰ ਮਤਲਬ ਟੀਚਰ ਨੂੰ ਐਜ਼ ਅ ਫੈਸਿਲੀਟੇਟਰ ਦੇਖਦੇ ਆ। ਸਾਰੀ ਇੰਪੋਰਟੈਂਸ ਆ ਜਿਹੜੀ ਉਹ ਗੁਰੂ ਨੂੰ ਇਹਨਾਂ ਦੇ ਦੁਆਰਾ ਨਹੀਂ ਦਿੱਤੀ ਗਈ, ਠੀਕ ਹੈ ਜੀ। 10th ਕੁਐਸਚਨ ਆਪਣੇ ਕੋਲ ਇਨ ਦਾ ਫੀਲਡ ਆਫ ਐਜੂਕੇਸ਼ਨ ਵਿਚ ਇਜ਼ ਸੁਪਰੀਮ ਐਡਵਾਈਜ਼ਰ ਟੂ ਸਟੇਟ ਐਂਡ ਸੈਂਟਰ ਗਵਰਨਮੈਂਟ। ਇਹਨਾਂ ਦੇ ਵਿੱਚੋਂ ਜਿਹੜਾ ਹੈ ਕਿਹੜਾ ਫੀਲਡ ਐਜੂਕੇਸ਼ਨ ਦਾ ਜਿਹਦੇ ਵਿੱਚ ਜਿਹਨੂੰ ਕਿਹੜਾ ਹੈਗਾ ਸਿੱਖਿਆ ਦੇ ਖੇਤਰ ਵਿੱਚ ਜਦੋਂ ਵੀ ਕੋਈ ਨੀਤੀ ਬਣਦੀ ਆ ਤਾਂ ਉਹ ਸਟੇਟ ਤੇ ਕੇਂਦਰ ਸਰਕਾਰ ਨੂੰ ਐਡਵਾਈਜ਼ ਕਰਦੀ ਆ, ਠੀਕ ਹੈ। ਉਹ ਕਿਹੜੀ ਇੱਕ ਸੰਸਥਾ ਜਿਹੜੀ ਕਿ ਕਾਨੂੰਨ ਬਣਾਉਣ ਦੇ ਵਿੱਚ ਜਾਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਕੇਂਦਰ ਤੇ ਰਾਜ ਸਰਕਾਰ ਦੋਨਾਂ ਦੇ ਲਈ ਸਰਵਉੱਚ ਸੰਸਥਾ ਦਾ ਕੰਮ ਕਰਦੀ ਹੈ? MHRD, ਮਿਨਿਸਟਰੀ ਆਫ ਰਿਸੋਰਸ ਐਂਡ ਡਿਵੈਲਪਮੈਂਟ, ਠੀਕ ਹੈ।
ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ, ਜਿਹਦਾ ਨਾਮ ਹੁਣ ਕੀ ਕਰ ਦਿੱਤਾ ਗਿਆ ਹੈ ਮਿਨਿਸਟਰੀ ਆਫ ਐਜੂਕੇਸ਼ਨ, ਠੀਕ ਹੈ, ਦੋਨੋਂ ਸੇਮ ਨੇ, ਇਹ ਕੰਮ ਨਹੀਂ ਕਰਦੀਆਂ। ਜਿਹੜੀ ਮੇਨ ਐਡਵਾਈਜ਼ਰੀ ਕਮੇਟੀ ਹੈਗੀ ਉਹ ਹੈਗੀ ਆ ਕੈਬ, ਠੀਕ ਹੈ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਠੀਕ ਹੈ ਜੀ। ਸੈਂਟਰਲ ਐਡਵਾਈਜ਼ਰੀ ਬੋਰਡ ਆਫ, ਜਿਹੜਾ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਆ, ਇਹੀ ਮੇਨ ਕੰਮ ਕਰ ਰਿਹਾ ਹੈਗਾ ਕਾਹਦੇ ਚ, ਪਾਲਿਸੀਆਂ ਨੂੰ ਮੇਕਿੰਗ ਕਰਨ ਦੇ ਵਿੱਚ, ਠੀਕ ਹੈ ਜੀ। ਤਾਂ ਜਿਹੜਾ ਸਾਡੇ ਕੋਲ ਸੈਂਟਰਲ ਐਡਵਾਈਜ਼ਰੀ ਬੋਰਡ ਸੀਗੀ, ਇਹਦੀ ਸਥਾਪਨਾ 1920 ਦੇ ਵਿੱਚ ਹੋਈ ਸੀਗੀ। ਤੇ MHRD ਦਾ ਮਿਨਿਸਟਰ, ਜਾਂ ਅਸੀਂ ਇਹ ਕਹੀਏ ਹੁਣ ਜਿਹੜੀ ਸਾਡੇ ਕੋਲ ਮਿਨਿਸਟਰੀ ਆਫ ਐਜੂਕੇਸ਼ਨ ਆ, ਉਹਦੇ ਮਿਨਿਸਟਰ ਕੌਣ ਨੇ? ਰਮੇਸ਼ ਪੋਖਰਿਆਲ। ਜਿਹੜਾ ਵੀ ਇੰਡੀਆ ਦੇ ਵਿੱਚ ਸਾਡੇ ਕੋਲ ਮਿਨਿਸਟਰ ਹੋਊਗਾ, ਐਜੂਕੇਸ਼ਨ ਮਿਨਿਸਟਰ ਹੋਊਗਾ, ਉਹੀ ਕੈਬ ਦਾ ਚੇਅਰਮੈਨ ਵੀ ਹੋਊਗਾ, ਠੀਕ ਹੈ ਜੀ। ਤਾਂ ਕੈਬ ਆ ਜਿਹੜੀ ਐਡਵਾਈਜ਼ਰੀ ਕਮੇਟੀ ਆ, ਮੇਨ ਸੁਪਰੀਮ ਸੰਸਥਾ ਜਿਹੜੀ ਕਿ ਸਿੱਖਿਆ ਤੇ ਖੇਤਰ ਦੇ ਵਿੱਚ ਐਡਵਾਈਜ਼ ਕਰਦੀ ਹੈ, ਖਾਸ ਕਰਕੇ ਜਦੋਂ ਪਾਲਿਸੀਆਂ ਦੀ ਫਾਰਮੇਸ਼ਨ ਹੁੰਦੀ ਹੈ। 11th ਕੁਐਸਚਨ ਆ, ECC ਪ੍ਰੋਵਾਈਡਰ ਟੂ ਚਿਲਡਰਨ ਇਨ, ਠੀਕ ਹੈ। ਜਿਹੜੀ ECC ਹੈਗੀ ਆ, ਖਾਸ ਕਰਕੇ ECC 2013, ECC ਜਿਹੜੀ ਪਾਲਿਸੀ ਹੈਗੀ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ 2013, ਇਹਦੇ ਵਿੱਚ ਖਾਸ ਤੌਰ ਤੇ ਆਖਿਆ ਗਿਆ ਸੀ ਕਿ ਜਿਹੜੀ ਅਰਲੀ ਚਾਈਲਡਹੁੱਡ ਕੇਅਰ ਤੇ ਐਜੂਕੇਸ਼ਨ ਆਂਗਨਵਾੜੀ ਸੈਂਟਰਾਂ ਦੇ ਵਿੱਚ, ਬਾਲਵਾੜੀਆਂ ਦੇ ਵਿੱਚ ਤੇ ਕ੍ਰੈਚੇ, ਇਹਨਾਂ ਸਾਰਿਆਂ ਦੇ ਵਿੱਚ ਪ੍ਰਦਾਨ ਕੀਤੀ ਜਾਊਗੀ। 12 ਕੁਐਸਚਨ ਆਪਣੇ ਕੋਲ, which of following not provided support to ICDS, ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਹੈਗੀ ਆ ਜਿਹੜੀ ਕਿ ICDS ਨੂੰ ਜਿਹੜੀ ਹੈ ਆਪਾਂ ਕਹੀਏ ਸਹਾਇਤਾ ਪ੍ਰਦਾਨ ਨਹੀਂ ਕਰ ਰਹੀ, ਹਨਾ। ਤਾਂ ਜਿਹੜੀ ਹੈਗੀ ਆਪਣੇ ਕੋਲ, ਜਿਹੜੀਆਂ ਅਸਲ ਦੇ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਨੇ, ਜਿਹੜੀਆਂ ਇਹਦੇ ਨਾਲ ਇਹਨੂੰ ਹੈਲਪ ਪ੍ਰੋਵਾਈਡ ਕਰ ਰਹੀਆਂ ਹੈਗੀਆਂ, ਸਪੋਰਟ ਪ੍ਰੋਵਾਈਡ ਕਰ ਰਹੀਆਂ ਹੈਗੀਆਂ, ਉਹ ਹੈਗੀਆਂ ਵਰਲਡ ਫੂਡ ਪ੍ਰੋਗਰਾਮ, ਠੀਕ ਹੈ, ਕੇਅਰ, CARE ਕੇਅਰ, ਯੂਨੀਸੈਫ, EU, USAID ਐਂਡ ਵਰਲਡ ਬੈਂਕ, ਠੀਕ ਹੈ। ਜਿਹੜੀ ਇੱਕ ਨਹੀਂ ਸਪੋਰਟ ਪ੍ਰੋਵਾਈਡ ਕਰ ਰਹੀ, ਉਹ ਕਿਹੜੀ ਹੈਗੀ ਆ? ਇੰਟਰਨੈਸ਼ਨਲ ਕੋਰਟ, ਠੀਕ ਹੈ ਜੀ। ਤਾਂ ਤਿੰਨੋਂ ਜਿਹੜੀਆਂ ਹੈਗੀਆਂ ਇਕਨੋਮਿਕਲੀ ਕਾਫੀ ICDS ਪ੍ਰੋਗਰਾਮ ਨੂੰ ਸਪੋਰਟ ਕਰ ਰਹੀਆਂ। ਦੈਨ ਹੈਗਾ ਆਰਟੀਕਲ 45 ਇਜ਼ ਦਾ ਪਾਰਟ ਆਫ, ਆਰਟੀਕਲ 45 ਆ ਜਿਹੜਾ ਕਿਹਦਾ ਪਾਰਟ ਹੈਗਾ? ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਜਿਹੜੇ ਸਾਡੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਉਹ 36 ਤੋਂ ਸਟਾਰਟ ਹੁੰਦੇ ਆ 51 ਆਰਟੀਕਲ ਤੱਕ। 45 ਕੀ ਆ ਗਿਆ? ਵਿੱਚ ਆ ਗਿਆ ਸੰਵਿਧਾਨ ਦੇ, ਠੀਕ ਹੈ। ਜਿਹੜਾ ਆਰਟੀਕਲ 45 ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਸ਼ਾਮਲ ਆ, ਠੀਕ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦਾ ਹਿੱਸਾ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੇ 6 ਸਾਲ ਤੱਕ ਦੇ ਬੱਚੇ ਨੇ ਉਹਨਾਂ ਨੂੰ ਅਰਲੀ ਚਾਈਲਡਹੁੱਡ ਕੇਅਰ ਤੇ ਐਜੂਕੇਸ਼ਨ ਪ੍ਰਦਾਨ ਕੀਤੀ ਜਾਊਗੀ। ਕਿਹੜੇ ਬੱਚਿਆਂ ਨੂੰ? ਜਿਹੜੇ ਕਿ 6 ਸਾਲ ਤੱਕ ਜਾਂ 6 ਸਾਲ ਤੋਂ ਛੋਟੇ ਬੱਚੇ ਨੇ, ਠੀਕ ਹੈ ਜੀ। ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ, ਉਹਨਾਂ ਵਿੱਚ ਸਾਡਾ ਰਾਈਟ ਟੂ ਐਜੂਕੇਸ਼ਨ ਸ਼ਾਮਲ ਆ, ਜਿਹਦੇ ਚ ਹਜੇ ਤੱਕ ਉਮਰ ਜਿਹੜੀ ਹੈਗੀ ਆ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ, ਉਹ 6 ਤੋਂ ਲੈ ਕੇ 14 ਸਾਲ ਤੱਕ ਆ, ਠੀਕ ਹੈ। ਤੇ ਜਿਹੜੀ ਸਾਡੀ ਫੰਡਾਮੈਂਟਲ ਡਿਊਟੀਜ਼ ਨੇ, ਉਹਨਾਂ ਦੇ ਵਿੱਚ 11ਵੀਂ ਡਿਊਟੀ ਆ ਜਿਹੜੀ 86ਵੀਂ ਸੋਧ ਦੇ ਰਾਹੀਂ ਐਡ ਕੀਤੀ ਗਈ ਸੀ, ਉਹਦੇ ਚ ਵੀ ਆਖਿਆ ਗਿਆ ਕਿ 6 ਤੋਂ 14 ਸਾਲ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ, ਰਾਈਟ ਟੂ ਐਜੂਕੇਸ਼ਨ ਦੇ ਵਿੱਚ ਜੋ ਦਰਜ ਹੈਗੀ ਉਹ ਪ੍ਰਦਾਨ ਕਰਾਉਣਾ ਮਾਪਿਆਂ ਦੀ ਡਿਊਟੀ ਹੈ। ਆਰਟੀਕਲ 14 ਕੁਐਸਚਨ ਦੀ ਗੱਲ ਕਰੀਏ, which of following not right about recommendation of NEP 1986 about preschool education, preschool education ਦੇ ਬਾਰੇ ਚ ਕਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 1986 ਦੀ ਸਹੀ ਸਟੇਟਮੈਂਟ ਨਹੀਂ ਹੈਗੀ? ਮਤਲਬ ਉਹਨਾਂ ਨੇ ਕਿਹਦੀ ਸਿਫਾਰਿਸ਼ ਨਹੀਂ ਕੀਤੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਬਾਰੇ, ਠੀਕ ਹੈ। ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਦੇ ਵਿੱਚ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1986 ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਲੈ ਕੇ ਕਿਹੜੀ ਸਿਫਾਰਿਸ਼ ਸ਼ਾਮਲ ਨਹੀਂ ਆ? ਪਹਿਲਾਂ ਤਾਂ ਇਹ ਦੇਖੋ ਕਿਹੜੀਆਂ ਕਿਹੜੀਆਂ ਸਿਫਾਰਿਸ਼ਾਂ ਕੀਤੀਆਂ ਉਹਨੇ। ਕਿਹਾ ਸੈਟ ਡੇ ਕੇਅਰ ਸੈਂਟਰ, ਦਿਨ ਦੇ ਵਿੱਚ ਬੱਚਿਆਂ ਦੀ ਸੰਭਾਲ ਕਰਨ ਲਈ 6 ਮਹੀਨਿਆਂ ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੀ ਸੰਭਾਲ ਕਰਨ ਦੇ ਲਈ ਡੈਫੀਨੇਟਲੀ ਜਿਹੜੇ ਹੈਗੇ ਆ ਡੇ ਕੇਅਰ ਸੈਂਟਰ ਸੈਟਅਪ ਹੋਣੇ ਚਾਹੀਦੇ ਆ। ਫਿਰ ਜਿਹੜੀ ਅਰਲੀ ਚਾਈਲਡਹੁੱਡ ਕੇਅਰ ਤੇ ਐਜੂਕੇਸ਼ਨ ਆ ECC ਆ, ਉਹ ਬਾਲ ਕੇਂਦਰਿਤ ਹੋਣੀ ਚਾਹੀਦੀ ਆ, ਠੀਕ ਹੈ, ਪਲੇ ਬੇਸਡ ਹੋਣੀ ਚਾਹੀਦੀ ਹੈ, ਐਕਟੀਵਿਟੀ ਬੇਸਡ ਹੋਣੀ ਚਾਹੀਦੀ ਆ। ਬਟ ਉਹਨਾਂ ਨੇ 3R ਨੂੰ ਇੰਪੋਰਟੈਂਸ ਨਹੀਂ ਦਿੱਤੀ, ਉਹਨਾਂ ਨੇ ਇਹਨੂੰ ਐਡ ਜ਼ਰੂਰ ਕੀਤਾ, ਬਟ ਕੀ ਆਖਿਆ ਕਿ 3R ਬੇਸਡ ਸਾਡੀ ਜਿਹੜੀ ਐਜੂਕੇਸ਼ਨ ਹੈਗੀ ਆ ECC ਉਹ ਨਹੀਂ ਹੋਣੀ ਚਾਹੀਦੀ। 3R ਦਾ ਇੱਥੇ ਕੀ ਮਤਲਬ ਹੈਗਾ ਐਜੂਕੇਸ਼ਨ ਦੇ ਵਿੱਚ? ਰੀਡਿੰਗ, ਠੀਕ ਹੈ, ਰੀਡਿੰਗ, ਰਾਈਟਿੰਗ ਐਂਡ ਅਰਿਥਮੈਟਿਕ, ਮਤਲਬ ਲਿਖਣਾ, ਠੀਕ ਹੈ, ਪੜ੍ਹਨਾ ਤੇ ਗਣਿਤ, ਇਹਨਾਂ ਚੀਜ਼ਾਂ ਨੂੰ ECC ਦੇ ਵਿੱਚ ਸ਼ਾਮਲ ਨਾ ਕਰਨ ਦੀ ਗੱਲ ਉਹਨਾਂ ਨੇ ਆਖੀ ਸੀ, ਮਤਲਬ ਕਿ ਉਹਨਾਂ ਨੇ ਇਹਨੂੰ ਮਹੱਤਵ ਨਹੀਂ ਦਿੱਤਾ। 15 ਕੁਐਸਚਨ ਦੀ ਗੱਲ ਕਰਦੇ ਹਾਂ, ਮਿਡਲ ਏਜ ਆਫ NEP 2020, ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਹੈ ਨਵਾਂ ਸਟਰਕਚਰ ਉਹਨੇ ਕੀ ਜਾਰੀ ਕੀਤਾ? 5+3+3+4, ਠੀਕ ਹੈ। ਜਿਹੜੇ ਪਹਿਲੇ 5 ਈਅਰ ਨੇ ਉਹਦੇ ਚ ਕਿਹਦੇ ਚ ਐਡ ਕੀਤੇ ਹੋਏ ਨੇ? ਸਾਡੇ ਸੈਕੰਡ ਗ੍ਰੇਡ ਤੱਕ ਪਹਿਲੇ 3 ਸਾਲ ਨੇ ਜਿਹੜੇ ਉਹ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ, ਫਿਰ ਫਸਟ ਗ੍ਰੇਡ ਤੇ ਸੈਕੰਡ ਗ੍ਰੇਡ ਇਹਨਾਂ ਨੂੰ ਰੱਖਿਆ ਹੋਇਆ ਫਾਊਂਡੇਸ਼ਨ ਏਜ ਦੇ ਵਿੱਚ, ਠੀਕ ਹੈ, ਫਾਊਂਡੇਸ਼ਨ ਸਟੇਜ ਦੇ ਵਿੱਚ।
फिर उस तो बाद हैगी प्रैपरेटरी जिहदे विच 3rd 4th ते 5th क्लास रखी गई है, ते फिर उस तो बाद जिहड़ा 3 हैगा ਉਹਦੇ ਚ है जो 6th ਤੋਂ ਲੈ ਕੇ 8th तक ਦੀਆਂ ਕਲਾਸਾਂ ਰੱਖੀਆਂ ਗਈਆਂ ਤੇ ਇਹਨੂੰ ਕੀ ਆਖਿਆ ਗਿਆ ਹੈਗਾ ਮਿਡਲ ਏਜ ਸਟੇਜ। ਠੀਕ ਹੈ ਜੀ, ਇਹ ਤੁਹਾਨੂੰ ਸਾਰਿਆਂ ਨੂੰ ਯਾਦ ਕਲੀਅਰ ਹੋਣਾ ਜਿਨ੍ਹਾਂ ਨੇ ਨੈਸ਼ਨਲ ਪॉलिसी ਜਿਹੜੀ ਹੈਗੀ ਐਜੂਕੇਸ਼ਨ 2020 ਨੂੰ ਕਰ ਲਿਆ। ਦੈਨ ਹੈ ਆਪਣੇ ਕੋਲ 5 ਈਅਰ ਪਲਾਨ ਫਾਰਮਡ ਬਾਈ, ਜਿਹੜੀਆਂ 5 ਸਾਲਾਂ ਯੋਜਨਾਵਾਂ ਨੇ, ਕਾਫੀ ਸਾਰੀਆਂ 5 ਸਾਲਾਂ ਯੋਜਨਾਵਾਂ ਐਜੂਕੇਸ਼ਨ ਨੂੰ ਵੱਡੇ ਪੱਧਰ ਤੇ ਪ੍ਰਮੋਟ ਕਰਦੀਆਂ, ICDS ਪ੍ਰੋਗਰਾਮ ਨੂੰ ਕਾਫੀ ਵੱਡੇ ਪੱਧਰ ਤੇ ਪ੍ਰਮੋਟ ਕਰਦੀਆਂ ਨਾ। ਤਾਂ 5 ਈਅਰ ਪਲਾਨ ਨੂੰ ਕੌਣ ਫਾਰਮਡ ਕਰਦਾ ਹੈਗਾ? ਨੀਤੀ ਆਯੋਗ। ਠੀਕ ਹੈ, ਨੀਤੀ ਆਯੋਗ ਦਾ ਪੁਰਾਣਾ ਨਾਮ ਕੀ ਹੈਗਾ? ਪਲੈਨਿੰਗ ਕਮਿਸ਼ਨ। ਤੇ ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ? ਸਾਡਾ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਹੋਣਗੇ ਉਹੀ ਨੀਤੀ ਆਯੋਗ ਦੇ ਚੇਅਰਮੈਨ ਵੀ ਹੁੰਦੇ ਆ। ਠੀਕ ਹੈ ਜੀ, ਤਾਂ ਇੱਕ ਨੈਸ਼ਨਲ ਮਤਲਬ ਨੈਸ਼ਨਲ ਲੈਵਲ ਦੇ ਉੱਪਰ ਨੀਤੀਆਂ ਬਣਾਉਣ ਦੇ ਲਈ ਤੇ 5 ਈਅਰ ਬਣਾਉਣ ਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਥਿੰਕ ਟੈਂਕ ਮੰਨਿਆ ਜਾਂਦਾ। 17 ਕੁਐਸਚਨ ਆਪਣੇ ਕੋਲ, ਐਂਟੀ ਐਂਡ ਪੋਸਟਲ ਨੇਟਲ ਕੇਅਰ ਹੈਲਥ ਕੇਅਰ ਇਨਕਲੂਡਡ ਵਿਚ ਸਬ ਸਟੇਜ ਆਫ ECC। ਅਸੀਂ ECC ਬਾਰੇ ਪੜ੍ਹਦੇ ਆ ਤਾਂ 3 ਸਬ ਸਟੇਜਾਂ ਦੀ ਗੱਲ ਵੀ ਕਰਦੇ ਆ। ਠੀਕ ਹੈ, ਕਿਹੜੀਆਂ ਸਬ ਸਟੇਜਾਂ? ਪਹਿਲੀ ਹੈਗੀ 9 ਮਹੀਨਿਆਂ ਦੀ ਸਟੇਜ ਕੰਸੈਪਸ਼ਨ ਟੂ ਬਰਥ ਤੱਕ ਦੀ, ਜਦੋਂ ਬੱਚਾ 9 ਮੰਥ ਮਦਰ ਦੇ ਪੇਟ ਦੇ ਵਿੱਚ ਹੁੰਦਾ। ਬਰਥ ਤੋਂ ਲੈ ਕੇ 3 ਈਅਰ ਦੀ ਸਟੇਜ ਜਿਹਦੇ ਚ ਬੱਚਾ ਜਨਮ ਤੋਂ ਬਾਅਦ ਅਰਲੀ ਕੇਅਰ ਦਾ ਪੀਰੀਅਡ ਹੁੰਦਾ, ਤੇ 3 ਤੋਂ 6 ਸਾਲ ਤੱਕ ਬੱਚਾ ਜਦੋਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪੀਰੀਅਡ ਹੁੰਦਾ। ਠੀਕ ਹੈ, ਇਹਨਾਂ ਤਿੰਨਾਂ ਦੇ ਵਿੱਚ ਨੀਡਸ ਨੇ ਜਿਹੜੀਆਂ ਬੱਚੇ ਦੀਆਂ ਅਲੱਗ-ਅਲੱਗ ਹੁੰਦੀਆਂ। ਐਂਟੀਨੇਟਲ ਤੇ ਪੋਸਟਲ ਨੇਟਲ ਹੁੰਦਾ ਬਰਥ ਤੋਂ ਪਹਿਲਾਂ ਤੇ ਬਰਥ ਤੋਂ ਤੁਰੰਤ ਬਾਅਦ ਦੀ ਜਿਹੜੀ ਕੇਅਰ ਹੈਗੀ ਆ ਉਹ ਕਿਹੜੀ ਸਬ ਸਟੇਜ ਦੇ ਵਿੱਚ ਸ਼ਾਮਲ ਆ? ਨੈਚੁਰਲ ਆ ਕੰਸੈਪਸ਼ਨ ਟੂ ਬਰਥ। ਦੈਨ ਹੈ ਆਪਣੇ ਕੋਲ ਵਿਚ ਇਜ਼ ਦਾ ਇੰਸਟੀਟਿਊਸ਼ਨ ਵਿਚ ਇਨ ਇੰਸਟੀਟਿਊਸ਼ਨ ਫਾਰਮਡ ਆਫਟਰ ਮਰਜਿੰਗ SSA ਐਂਡ ਰਮਸਾ। ਠੀਕ ਹੈ, ਸਰਵ ਸਿੱਖਿਆ ਅਭਿਆਨ ਨੂੰ ਤੇ ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ ਨੂੰ ਮਰਜ ਕਰਕੇ ਜਿਹੜਾ ਹੈਗਾ ਕਿਹੜੀ ਨਵਾਂ ਇੰਸਟੀਟਿਊਸ਼ਨ ਬਣਾਇਆ ਗਿਆ ਸੀ? ਉਹ ਹੈਗਾ, ਹੁਣ ਵੀ ਇਹਨੂੰ SSA ਹੀ ਆਖਦੇ ਆ ਬਟ ਉਹਦਾ ਨਾਮ ਚੇਂਜ ਕਰਕੇ ਕੀ ਕੀਤਾ ਗਿਆ? ਸਮਗਰ ਸਿੱਖਿਆ ਅਭਿਆਨ। ਠੀਕ ਹੈ, ਸਮਗਰ ਸਿੱਖਿਆ ਅਭਿਆਨ SSA ਤੇ ਰਮਸਾ ਦੋਨਾਂ ਨੂੰ ਮਰਜ ਕਰਕੇ ਬਣਾਇਆ ਗਿਆ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣੇ ਕੋਲ 19 ECC 2013 ਮੇਨ ਫੋਕਸ। ECC 2013 ਦਾ ਮੇਨ ਫੋਕਸ ਕਿਹਦੇ ਉੱਪਰ ਆ? ਤਿੰਨਾਂ ਦੇ ਉੱਪਰ, ਐਜੂਕੇਸ਼ਨ ਦੇ ਉੱਪਰ ਵੀ, ਹੈਲਥ ਦੇ ਉੱਪਰ ਵੀ, ਨਿਊਟ੍ਰੀਸ਼ਨ ਦੇ ਉੱਪਰ ਵੀ। ਤੇ ਇਹਦਾ ਮਤਲਬ ਕੀ ਆ? ਸਾਰੇ 2013 ਦੇ ਵਿੱਚ ਸੈਟਅਪ ਹੋਈ ਸੀ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਕੇਅਰ। ਠੀਕ ਹੈ, ਸੌਰੀ ਚਾਈਲਡ ਡਿਵੈਲਪਮੈਂਟ, ਫੈਮਿਲੀ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅਧੀਨ ਆ ਸਾਡੀ ECCE। ਅਕੋਰਡਿੰਗ ਟੂ National Policy of Education 2020 curriculum of pre-primary should include accept। ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 2020 ਉਹਦੇ ਪਾਠਕ੍ਰਮ ਦੇ ਉਹਦੇ ਅਕੋਰਡਿੰਗ ਪ੍ਰੀ ਪ੍ਰਾਇਮਰੀ ਪਾਠਕ੍ਰਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸਾਰਾ ਕੁਝ ਜੋ ਦਿੱਤਾ ਗਿਆ, ਬਟ ਕਿਹੜਾ ਇੱਕ ਆ ਜਿਹੜਾ ਸ਼ਾਮਲ ਨਹੀਂ ਹੋਣਾ ਚਾਹੀਦਾ? ਠੀਕ ਹੈ, ਤਾਂ ਆਪਾਂ ਉਹ ਦੇਖਣਾ ਸ਼ਾਮਲ ਕੀ ਹੋਣਾ ਚਾਹੀਦਾ। ਉਹਨੇ ਆਖਿਆ ਕਲਾ ਸ਼ਾਮਲ ਹੋਵੇ, ਡੈਫੀਨੇਟਲੀ ਸਹੀ, ਬਿਲਕੁਲ ਸਹੀ ਆ। ਸਟੋਰੀਜ਼ ਤੇ ਪੋਇਮ ਸ਼ਾਮਲ ਹੋਣ ਪ੍ਰੀ ਪ੍ਰਾਇਮਰੀ ਦੇ ਵਿੱਚ, ਇਹ ਵੀ ਬਿਲਕੁਲ ਸਹੀ ਆ। ਲੋਕਲ ਕਲਚਰ ਆ ਜਿਹੜਾ ਉਹ ਵੀ ਸ਼ਾਮਲ ਹੋਣਾ ਚਾਹੀਦਾ, ਸਥਾਨਕ ਜਾਣਕਾਰੀ ਬੱਚੇ ਨੂੰ ਹੋਵੇ। ਫੋਰਨ ਲੈਂਗੁਏਜਸ ਦੀ ਗੱਲ ਆ ਜਿਹੜੀ ਉਹ ਕਰਿਕੂਲਮ ਦੇ ਵਿੱਚ ਨਹੀਂ ਕੀਤੀ ਗਈ। ਇਹ ਆਖਿਆ ਗਿਆ ਕਿ ਖਾਸ ਕਰਕੇ ਪਹਿਲੇ ਜਿਹੜੇ 5 ਸਾਲ ਹੈਗੇ ਆ ਬੱਚੇ ਦੇ, ਖਾਸ ਤੌਰ ਤੇ ਜੋ ਉਹਦੀ ਫਾਊਂਡੇਸ਼ਨ ਸਟੇਜ ਹੈਗੀ ਆ ਉਸ ਸਟੇਜ ਦੇ ਵਿੱਚ ਬੱਚੇ ਨੂੰ ਡੈਫੀਨੇਟਲੀ ਜਿਹੜੇ ਹੈ ਕਿਹਦੇ ਚ ਪੜਾਉਣਾ ਚਾਹੀਦਾ ਹੈਗਾ? ਮਦਰ ਟੰਗ ਦੀ ਸਹਾਇਤਾ ਦੇ ਨਾਲ, ਮਾਤ ਭਾਸ਼ਾ ਦੀ ਵਰਤੋਂ ਕਰਕੇ ਪੜਾਉਣਾ ਚਾਹੀਦਾ। ਤਾਂ ਉਹਨਾਂ ਨੇ ਫੋਰਨ ਲੈਂਗੁਏਜ ਨੂੰ ਇਹਦੇ ਸ਼ਾਮਲ ਨਹੀਂ ਕੀਤਾ। ਇਹ ਸੀਗੀ ਸਾਡੀ ਅੱਜ ਦੀ MCQ ਸੀਰੀ। ਨੈਕਸਟ ਕਲਾਸ ਦੇ ਵਿੱਚ ਨਵੇਂ ਜਿਹੜੇ ਕੁਐਸਚਨ ਆ ਉਹ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।